ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹਰ ਜਿਉ ਨਿਮਾਣਿਆ ਤੂੰ ਮਾਣ, ਨੀ ਚੀਜਿਆ ਚੀਜ ਕਰੇ ਮੇਰਾ ਗੋਵਿੰਦ। ਤੇਰੀ ਕੁਦਰਤ ਕੋ ਕੁਰਬਾਨ, ਸਿੱਖੋ ਸ਼ਬਦ ਪਿਆਰਿਓ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ, ਵਾਹਿਗੁਰੂ ਗੁਰੂ ਗਰੀਬ ਨਿਵਾਜ। ਬਿਲਾਵਲ ਮਹੱਲਾ ਪੰਜਵਾ। ਰਾਖ ਸਦਾ ਪ੍ਰਭ ਆਪਣੈ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ। ਤੁਝ ਬਿਨ ਜੀਵਨ ਸਗਲ ਅਕਾਥ, ਰਾਖ ਸਦਾ ਪ੍ਰਭ ਆਪਣੈ ਸਾਥ। ਰਾਖ ਸਦਾ ਪ੍ਰਭ ਆਪਣੈ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ। ਤੁਝ ਬਿਨ ਜੀਵਨ ਸਗਲ ਅਕਾਥ। ਰਹਾਉ ਰੰਕ ਤੇਰਾਉ ਕਰਤ ਖਿਨ ਭੀਤਰ, ਪ੍ਰਭ ਮੇਰੋ ਅਨਾਥ ਕੋ ਨਾਥ। ਜਲਤ ਅਗਨ ਮਹਿ ਜਨ ਆਪਿ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੀ, ਹਰ ਸਿਮਰਤ ਸਰਮ ਸਗਲ ਲਾਥ। ਨਿਤ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਥ। ਨਿਤ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਥ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਗੁਰੂ ਗਰੀਬ ਨਿਵਾਜ। ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ, ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਯੋਗ ਚਾਵਰ ਛਤਰ ਤਖਤ ਦੇ ਮਾਲਿਕ, ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਬੜਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ।
ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਕੇ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਵਿਚਾਰ ਕਰੀਏ। ਗੁਰਬਾਣੀ ਨੂੰ ਪੜ੍ਹ ਸੁਣ ਕੇ ਸੇਵਾ ਸਿਮਰਨ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰੀਏ ਜੀ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਕਰੋ ਮੁਬਾਰਕ ਰਸਨਾ ਪਵਿੱਤਰ, ਲਵਾਓ ਹਾਜ਼ਰੀ। ਪ੍ਰੇਮ ਸਤਿਕਾਰ ਦੇ ਨਾਲ ਦੋਨੋਂ ਹੱਥ ਜੋੜ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 828 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ ਜੀ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਪਿਆਰੇ, ਗੁਰਮੁਖ ਜਨ ਪਾਵਨ ਅੰਗ ਨੋਟ ਕਰਿਓ 828। ਪਾਵਨ ਰਾਗ ਬਿਲਾਵਲ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ। ਆਪਣੇ ਮੁਖਾਰਬਿੰਦ ਤੋਂ ਇਹ ਮੁਬਾਰਕ ਸ਼ਬਦਾਂ ਨੂੰ ਉਚਾਰਨ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾ। ਰਾਖ ਸਦਾ ਪ੍ਰਭ ਆਪਣਾ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਥ। ਰਾਖ ਸਦਾ ਪ੍ਰਭ ਆਪਣਾ ਸਾਥ। ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਪਰਮ ਪਿਤਾ ਪਰਮਾਤਮਾ ਹੈ, ਜੀਵਾਂ ਨੂੰ ਪੈਦਾ ਕਰਨ ਵਾਲੇ, ਜਗਤ ਦੇ ਪਾਲਣਹਾਰ ਰੱਖਣਹਾਰੇ। ਇਹ ਪਰਮ ਪਿਤਾ ਪਰਮਾਤਮਾ ਕਿਰਪਾ ਕਰ, ਸਾਨੂੰ ਕਲਯੁਗੀ ਜੀਵਾਂ ਨੂੰ ਆਪਣੇ ਸਾਥ ਭਾਵ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖ। ਆਪ ਜੀ ਬੇਸ਼ੁਮਾਰ ਤਾਕਤਾਂ ਦੇ ਮਾਲਕ ਹੋ, ਤੇ ਤਾਕਤਾਂ ਦਾ ਮਾਲਕ ਹੀ ਆਪਣੀ ਤਾਕਤ ਦੇ ਨਾਲ ਇਹ ਕਲਯੁਗੀ ਅਲਪੱਗ ਜੀਵਾਂ ਨੂੰ ਆਪਣੇ ਚਰਨਾਂ ਨਾਲ ਲਾ ਸਕਦਾ ਹੈ। ਇਸ ਕਰਕੇ ਬੇਨਤੀ ਹੈ, ਹੇ ਦਾਤਾਰ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਹੈ ਪ੍ਰਭੂ ਆਪਣਾ ਸਾਥ, ਆਪਣੇ ਸਾਥ ਰੱਖੋ, ਆਪਣਾ ਪੱਲਾ ਫੜਾ ਦਿਓ, ਆਪਣੇ ਪਿਆਰੇ ਨੂੰ ਭਵ ਸਾਗਰ ਤੋਂ ਪਾਰ ਕਰ ਦਿਓ। ਤੂੰ ਪ੍ਰਭ ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਥ। ਤੂੰ ਹਮਰੋ ਪ੍ਰੀਤਮ, ਤੂੰ ਸਾਡਾ ਪ੍ਰੀਤਮ ਪਿਆਰਾ ਏ, ਮਨ ਨੂੰ ਮੋਹਨ ਵਾਲਾ ਤੂੰ ਖੁਦ ਏ। ਤੇਰੇ ਆਸ਼ਚਰਜ ਕੌਤਕ ਹਨ, ਤੇਰੀ ਬੇਅੰਤਤਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਤੁਝ ਬਿਨ ਜੀਵਨ ਸਗਲ ਅਕਾਥ, ਤੁਹਾਡੇ ਤੋਂ ਬਿਨਾਂ ਇਹ ਜੀਵਨ ਵਿਅਰਥ ਹੈ। ਇਸ ਜੀਵਨ ਦਾ ਕੋਈ ਸ਼੍ਰੇਅ ਨਹੀਂ ਮੰਨਿਆ ਜਾਂਦਾ, ਜੇਕਰ ਤੁਸੀਂ ਸਾਡੇ ਜੀਵਨ ਦੇ ਵਿੱਚ ਰੰਗ ਨਹੀਂ ਭਰਦੇ। ਆਪ ਜੀ ਦੇ ਨਾਮ ਤੋਂ ਬਿਨਾਂ ਇਹ ਜੀਵਨ, ਇਹ ਜ਼ਿੰਦਗੀ ਬੇਰੰਗੀ ਹੈ। ਇਸ ਕਰਕੇ ਇਹ ਪਰਮ ਪਿਤਾ ਪਰਮਾਤਮਾ ਤੂੰ ਹਮਰੋ ਪ੍ਰੀਤਮ, ਮਨ ਮੋਹਨ, ਮਨ ਨੂੰ ਮੋਹਣ ਵਾਲਾ, ਤੁਝ ਬਿਨ ਜੀਵਨ ਸਗਲ ਅਕਾਥ, ਤੁਹਾਡੇ ਤੋਂ ਬਿਨਾਂ ਇਹ ਸਭ ਕੁਝ ਜੀਵਨ ਕੀ ਸੰਸਾਰਕ ਪਦਾਰਥ ਮਿਲੇ ਹੋਏ ਸਭ ਅਕਾਥ ਭਾਵ ਵਿਅਰਥ ਹਨ ਜੀ। ਤਾਂ ਸਤਿਗੁਰੂ ਜੀ ਅੱਗੇ ਰਹਾਉ ਦਾ ਵਿਸਰਾਮ ਦੇ ਫਰਮਾਉਂਦੇ ਹਨ, ਰੰਕ ਤੇਰਾਓ ਕਰਤ ਖਿਨ ਭੀਤਰ,
ਪ੍ਰਭ ਮੇਰੋ ਅਨਾਥ ਕੋ ਨਾਥ। ਰੰਕ ਕੰਗਾਲ ਰਾਓ ਰਾਜਾ। ਆਪ ਜੀ ਦੀ ਕਿਰਪਾ ਹੋ ਜਾਏ ਤੇ ਆਪ ਜੀ ਕਿਸੇ ਰੰਕ ਤੋਂ ਰਾਜਾ ਬਣਾ ਦਿੰਦੇ ਹੋ। ਆਪ ਜੀ ਦੀ ਕਿਰਪਾ ਦਿਵ ਦ੍ਰਿਸ਼ਟੀ ਹੋ ਜਾਏ, ਆਪ ਜੀ ਕਿਸੇ ਰੁਲਦੇ ਖੁਲਦੇ ਨੂੰ ਬਾਦਸ਼ਾਹੀਆਂ ਬਖਸ਼ ਦਿੰਦੇ ਹੋ। ਤੇ ਦਾਤਾਰ ਪਾਤਸ਼ਾਹ, ਇਹ ਸਭ ਕੁਝ ਇੱਕ ਖਿਣ ਦੇ ਵਿੱਚ ਹੋ ਜਾਂਦਾ ਹੈ। ਕਿਉਂ? ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਜੋ ਤੂੰ ਕਰਦਾ ਹੈ, ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ, ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਮਸ਼ਵਰਾ ਨਹੀਂ ਕਰਦਾ ਵੀ ਇਹ ਕਾਰਜ ਮੈਂ ਕਰਾਂ ਜਾਂ ਨਾ ਕਰਾਂ। ਤੂੰ ਆਪਣੀ ਮਰਜ਼ੀ ਦਾ ਮਾਲਕ ਹੈ। ਇਸ ਕਰਕੇ ਆਪ ਜੀ ਨੂੰ ਕਹਿ ਦਿੱਤਾ ਇੱਕ ਓਅੰਕਾਰ। ਆਪ ਜੀ ਦੀ ਕਾਰ ਕਿਰਤ ਬਹੁਤ ਵੱਡੀ ਹੈ। ਇਹ ਦਾਤਾਰ ਪਾਤਸ਼ਾਹ, ਆਪ ਜੀ ਬੇਅੰਤ ਰਹਿਮਤਾਂ ਦੇ ਮਾਲਕ ਹੋ। ਪਤਾ ਨਹੀਂ ਕਿਹਦੇ ਹਿੱਸੇ ਕਦੋਂ ਕੀ ਤੇ ਕਿੰਨਾ ਆ ਜਾਣਾ, ਪਰ ਸਭ ਤੋਂ ਵਿਸ਼ੇਸ਼ ਮੰਗ ਇਹੀ ਹੈ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਆਪ ਜੀ ਨਾਮ ਦੀ ਦਾਤ ਬਖਸ਼ ਕੇ ਮਨ ਦੀਆਂ ਭੁੱਖਾਂ ਨੂੰ ਮਿਟਾ ਦਿਓ ਕਿਰਪਾ ਕਰਕੇ। ਦਾਤਾਰ ਪਾਤਸ਼ਾਹ, ਆਪ ਜੀ ਜਿਵੇਂ ਇੱਕ ਰੰਕ ਤੋਂ ਰਾਓ ਕਰ ਦਿੰਦੇ ਹੋ, ਭਾਵ ਰਾਜਾ ਬਣਾ ਦਿੰਦੇ ਹੋ, ਤੇ ਬਹੁਤਾ ਸਮਾਂ ਨਹੀਂ ਲੱਗਦਾ ਇੱਕ ਖਿਣ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਇੱਕ ਖਿਣ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ। ਉਹ ਪਰਮ ਪਿਤਾ ਪਰਮਾਤਮਾ ਬੇਸਹਾਰਿਆਂ ਦਾ ਸਹਾਰਾ ਏ। ਹੇ ਭਾਈ, ਉਹ ਪ੍ਰਭੂ ਪਰਮਾਤਮਾ ਨੇ ਖਸਮਿਆਂ ਦਾ ਖਸਮ ਹੈ। ਇੱਕ ਖਿਣ ਵਿੱਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਹੈ, ਤੇ ਰਾਜੇ ਨੂੰ ਕੰਗਾਲ ਬਣਾਉਣ ਵਿੱਚ ਵੀ ਬਹੁਤੀ ਦੇਰੀ ਨਹੀਂ ਲੱਗਦੀ। ਇਸ ਕਰਕੇ ਉਸ ਪਰਮ ਪਿਤਾ ਪਰਮਾਤਮਾ ਦਾ ਧਿਆਨ ਧਰਨਾ ਤੇ ਜੀਵਨ ਵਿੱਚ ਪਹਿਲ ਜਦੋਂ ਅੱਖ ਖੁੱਲ੍ਹੇ ਉਸ ਪਰਮ ਪਿਤਾ ਪਰਮਾਤਮਾ ਦੀ ਹੋਵੇ, ਅੱਖ ਖੁੱਲ੍ਹਦਿਆਂ ਸਾਰ ਵਾਹਿਗੁਰੂ 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 ਦਾ ਸਿਮਰਨ ਹੋਵੇ। ਫਿਰ ਆਪਣੇ ਜੀਵਨ ਦੇ ਹੋਰ ਕਾਰੋਬਾਰ ਕੰਮ ਧੰਦੇ ਉਹਨਾਂ ਨੂੰ ਕਰ। ਇਹ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਵੇਖੀ ਕਿੰਨਾ ਫਾਇਦਾ ਹੈ ਨਾਮ ਜਪ ਕੇ ਕੀਤੇ ਹੋਏ ਕੰਮਾਂ ਦਾ, ਤੇ ਕਿੰਨਾ ਮਨ ਲੱਗਦਾ ਹੈ ਉਹ ਕਰਮ ਕਰਨ ਦੇ ਵਿੱਚ, ਜਿਹੜੇ ਕਰਮ ਦੇ ਵਿੱਚ ਪਰਮਾਤਮਾ ਦੀ ਸਿਫਤੋ ਸਲਾਹ ਵਡਿਆਈ ਗਾਈ ਜਾਵੇ। ਤਾਂ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਜਲਤ ਅਗਨ ਮਹਿ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਜਲਤ ਅਗਨ ਮਹਿ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਅਸੀਂ ਅਲਪਗ ਜੀਵ ਸੰਸਾਰਿਕ, ਇਹ ਦਾਤਾਰ ਪਾਤਸ਼ਾਹ ਜਲ ਰਹੇ ਹਾਂ ਵਿਕਾਰਾਂ ਦੀ ਅੱਗ ਵਿੱਚ। ਗੁੱਸੇ ਗਿਲੇ ਰੋਸੇ ਝਗੜੇ, ਤੇਰ ਮੇਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਤਰ੍ਹਾਂ ਦੀ ਅੱਗ ਪੂਰੇ ਸੰਸਾਰ ਦੇ ਵਿੱਚ ਬੜੇ ਜ਼ੋਰ ਨਾਲ ਫੈਲੀ ਹੋਈ ਹੈ। ਤੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜਨ ਆਪ ਉਧਾਰੇ। ਆਪ ਜੀ ਸਾਨੂੰ ਉਸ ਅੱਗ ਦੇ ਵਿੱਚੋਂ ਕੱਢ ਸਕਦੇ ਹੋ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਸ ਭਿਆਨਕ ਅਗਨ ਸਾਗਰ ਦੇ ਵਿੱਚੋਂ ਕੋਈ ਕੱਢ ਸਕੇ। ਕਿਉਂ? ਵੱਡੇ ਵੱਡੇ ਦੇਵੀ ਦੇਵਤੇ ਰਿਸ਼ੀ ਮਹਾਰਿਸ਼ੀ ਆਏ ਹੋਏ ਤੇ ਆਪ ਇਹਨਾਂ ਵਿਕਾਰਾਂ ਦੀ ਅੱਗ ਵਿੱਚ
ਆਪਣੇ ਆਪ ਨੂੰ ਸਾੜ ਬੈਠੇ ਤੇ ਇੱਕ ਕਲਯੁਗੀ ਅਵਤਾਰ ਕਲਯੁਗ ਦੇ ਵਿੱਚ ਹੋਇਆ, ਜਿਹਨੂੰ ਕਿਹਾ ਜਾਂਦਾ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੇ ਪ੍ਰਭਾਵ ਨਹੀਂ ਪਾ ਸਕੀ ਮਾਇਆ ਤਾਂ ਉਹ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹ ਨਾਮ ਹੈ ਦਸੇ ਪਾਤਸ਼ਾਹੀਆਂ, ਪਹਿਲੀ ਪਾਤਸ਼ਾਹੀ ਤੋਂ 10 ਪਾਤਸ਼ਾਹੀਆਂ ਸਰੀਰ ਰੂਪ ਹੋਈਆਂ। ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ, ਬੇਦਾਗ ਜੀਵਨ ਗੁਰੂ ਸਾਹਿਬਾਂ ਨੇ ਆਪਣਾ ਜਿਉਇਆ। ਕੋਸ਼ਿਸ਼ ਬੜੀ ਕੀਤੀ ਜਰਵਾਣੇ ਰਾਜੇ ਮਹਾਰਾਜਿਆਂ ਨੇ, ਕਿਵੇਂ ਨਾ ਕਿਵੇਂ ਇਹਨਾਂ ਦੇ ਜੀਵਨ ਨੂੰ ਦਾਗ ਲਾਇਆ ਜਾਵੇ। ਗੁਰੂ ਨਾਨਕ ਦੇਵ ਜੀ ਦੇ ਪਾਸ ਕਿਸੇ ਬਾਦਸ਼ਾਹ ਨੇ ਆਪਣੀਆਂ ਦਾਸੀਆਂ ਭੇਜੀਆਂ ਵੀ ਜਾਓ ਇਹਨਾਂ ਦਾ ਜਤ ਸਤ ਪਰਖੋ। ਪਰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆ ਕਰਕੇ ਉਹਨਾਂ ਨੇ ਆਪਣਾ, ਆਪਾਂ ਕਹਿ ਸਕੀਏ, ਪ੍ਰਦਰਸ਼ਨ ਕੀਤਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕੇ ਬੋਲ ਦੇ ਵਿੱਚ ਉਹਨਾਂ ਨੂੰ ਮੱਤ ਬੁੱਧ ਦੇ ਦਿੱਤੀ। ਉਹਨਾਂ ਨੂੰ ਕਿਹਾ, ਆਓ ਪੁੱਤਰੀ, ਕੀ ਚਾਹੀਦਾ ਦੱਸੋ। ਜਦੋਂ ਪੁੱਤਰੀ ਸ਼ਬਦ ਵਰਤਿਆ ਗਿਆ, ਨਾਲ ਦੀ ਨਾਲ ਮਨ ਦੇ ਵਿੱਚ ਜਿਹੜੇ ਵਿਕਾਰ ਭੈੜੇ ਫੁਰਨੇ ਸੀ ਸਾਰੇ ਤਬਦੀਲ ਹੋ ਗਏ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਦੀ ਗੁਰਬਾਣੀ, ਗੁਰੂ ਦੇ ਬੋਲਾਂ ਵਿੱਚ ਬੜੀ ਤਾਕਤ ਹੈ। ਜਿਨ੍ਹਾਂ ਨੇ ਇਸ ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਨੂੰ ਸੁਣਿਆ, ਵਿਚਾਰਿਆ, ਉਹਨਾਂ ਦੇ ਜੀਵਨ ਵਿੱਚ ਫਿਰ ਇਹ ਵਿਕਾਰਾਂ ਦੀ ਅੱਗ ਨਹੀਂ ਰਹਿੰਦੀ। ਜਲਤ ਆਗਨ ਮਹਿ ਜਨ ਆਪ ਉਧਾਰੇ। ਹੇ ਪਰਮ ਪਿਤਾ ਪਰਮਾਤਮਾ, ਤੁਸੀਂ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਕਲਯੁਗੀ ਜੀਵਾਂ ਜਨਾਂ ਨੂੰ ਆਪ ਉਧਾਰੇ, ਭਾਵ ਇਸ ਭਿਆਨਕ ਸੰਸਾਰ ਸਮੁੰਦਰ ਦੇ ਵਿੱਚੋਂ ਕੱਢਣ ਵਾਲੇ ਹੋ। ਕਰ ਆਪਣੇ ਦੇ ਰਾਖੇ ਹਾਥ। ਆਪ ਆਪਣੇ ਹੱਥ, ਭਾਵ ਆਪਣੀ ਕਿਰਪਾ, ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦਾਤਾਰ ਪਾਤਸ਼ਾਹ ਸਾਨੂੰ ਇਸ ਭਿਆਨਕ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਸਕਦੇ ਹੋ। ਇਸ ਕਰਕੇ ਆਪ ਜੀ ਦੇ ਚਰਨ ਵੰਦਨਾ ਹੈ। ਜਿੱਥੇ ਆਪ ਜੀ ਪ੍ਰਹਿਲਾਦ ਵਰਗਿਆਂ ਦੀ ਰਾਖੀ ਰੱਖਿਆ ਕਰਦੇ ਆਏ, ਨਾਮਦੇਵ ਜੀ ਵਰਗਿਆਂ ਦੀ ਸਾਂਭ ਸੰਭਾਲ ਕੀਤੀ, ਭਗਤ ਕਬੀਰ ਜੀਆਂ ਦੇ ਸੰਗਲ ਤੋੜੇ, ਦਾਤਾਰ ਪਾਤਸ਼ਾਹ ਕਿਹਦਾ ਨਾਮ ਲਈਏ। ਆਪ ਜੀ ਨੇ ਬੇਅੰਤ ਹੀ ਆਪਣੇ ਭਗਤ ਸੰਸਾਰ ਵਿੱਚ ਪੈਦਾ ਕੀਤੇ ਤੇ ਆਪਣੇ ਭਗਤਾਂ ਦੀ ਰਾਖੀ ਰਖਵਾਲੀ ਵੀ ਆਪ ਕੀਤੀ। ਇਸ ਕਰਕੇ ਸਾਡੀ ਵੀ ਕਲਯੁਗੀ ਜੀਵਾਂ ਦੀ ਰੱਖਿਆ ਤੁਸੀਂ ਆਪ ਹੀ ਕਰੋ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸਗਲੇ ਲਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੀਤਲ ਸੁਖ ਪਾਇਓ। ਠੰਡ ਦੇਣ ਵਾਲਾ, ਸ਼ਾਂਤੀ ਦੇਣ ਵਾਲਾ ਸੀਤਲ। ਤ੍ਰਿਪਤੇ ਤੋਂ ਭਾਵ ਰੱਜ ਜਾਣਾ। ਸਿਮਰਤ ਸਿਮਰਦਿਆਂ। ਸ਼ਰਮ ਭਾਵ ਥਕੇਵੇਂ, ਦੌੜ ਭੱਜ ਭਟਕਣਾ। ਸਗਲੇ ਤੋਂ ਭਾਵ ਸਾਰੇ। ਹੇ ਦਾਤਾਰ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਹੇ ਭਾਈ, ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ। ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ। ਮਾਇਆ ਦੀ ਖਾਤਰ ਸਾਰੀਆਂ ਭਟਕਣਾਂ ਨੇ ਜਿਹੜੀਆਂ ਮੁੱਕ ਜਾਂਦੀਆਂ। ਕਹਿਣ ਤੋਂ ਭਾਵ ਇਹ ਹੈ, ਕਿਸੇ ਨਾਲ ਫਿਰ ਕੋਈ ਠੱਗੀ ਠੋਰੀ ਕਰਕੇ ਧਨ ਨਹੀਂ ਕਮਾਏਗਾ।
ਜਦੋਂ ਤ੍ਰਿਪਤੇ ਮਨ ਰੱਜ ਗਿਆ, ਇਸ ਜੀਵਨ ਦੇ ਵਿੱਚ ਰੱਜ ਆ ਗਿਆ। ਜਿੰਨਾ ਚਿਰ ਰੱਜ ਨਹੀਂ, ਭਾਵ ਤ੍ਰਿਪਤੇ ਨਹੀਂ, ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਮਨ ਵਿਕਾਰੀ ਬੇੜਿਆ, ਭੀ ਵਿਕਾਰਾ ਮਾਹੇ। ਮਨ ਵਿਕਾਰਾਂ ਦੇ ਵਿੱਚ ਜੁੜਿਆ ਹੋਇਆ ਤੇ ਵਿਕਾਰਾ ਜੀਵਨ ਹੀ ਜਿਉਣ ਵਾਸਤੇ ਪ੍ਰੇਰਿਤ ਕਰੇਗਾ। ਪਰ ਅਸੀਂ ਵਿਕਾਰੀ ਜੀਵਨ ਨਹੀਂ ਜਿਉਣਾ, ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਭਾਣੇ ਹੁਕਮ ਵਿੱਚ ਰਹਿ ਕਰਕੇ ਉਹ ਜੀਵਨ ਜਿਉਣਾ ਜਿਹੜੇ ਜੀਵਨ ਦੇ ਵਿੱਚ ਗੁਰੂ ਮਹਾਰਾਜ ਦੀ ਬਰਕਤ ਹੈ, ਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਰਹਿਮਤ ਹੈ। ਤਾਂ ਸਤਿਗੁਰੂ ਜੀ ਕਹਿੰਦੇ ਸਿਮਰਤ ਸ਼ਰਮ ਸਗਲੇ ਲਾਥ। ਸਾਰੀ ਭੱਜ ਦੌੜ, ਸ਼ਰਮ ਤੋਂ ਭਾਵ ਹੈ ਭੱਜ ਦੌੜ, ਪੁੱਠੇ ਸਿੱਧੇ ਤਰੀਕੇ, ਤਾਂ ਇਹ ਸਾਰੇ ਲੱਥ ਜਾਂਦੇ ਨੇ। ਅੰਤਿਮ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਗੁਣ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਆਕਾਥ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਆਕਾਥ। ਨਿਧ ਨਿਧਾਨ ਭਾਵ ਖਜ਼ਾਨਿਆਂ ਦਾ ਖਜ਼ਾਨਾ, ਸੇਵਾ ਭਗਤੀ, ਅਵਰ ਤੋਂ ਭਾਵ ਹੋਰ। ਸਿਆਣਪ ਚਤੁਰਾਈ ਨੂੰ ਕਹਿੰਦੇ ਨੇ। ਕੋਈ ਗੁਰੂ ਮਹਾਰਾਜ ਦੇ ਦਰ 'ਤੇ ਆਵੇ ਅਤੇ ਆਪਣੀਆਂ ਚਤੁਰਾਈਆਂ ਚਲਾਕੀਆਂ ਦੇ ਨਾਲ ਕਵੇ ਮੈਂ ਕੁਝ ਪ੍ਰਾਪਤ ਕਰ ਲਵਾਂਗਾ, ਬਿਲਕੁਲ ਨਹੀਂ। ਗੁਰੂ ਸਾਹਿਬ ਨੇ ਲਿਖ ਕਰਕੇ ਦਿੱਤਾ, ਚਤੁਰਾਈ ਕਿਹਨਾਂ ਨਾ ਪਾਇਆ। ਚਤੁਰਾਈਆਂ ਨਾਲ ਪਰਮਾਤਮਾ ਗੁਰੂ ਦੀ ਖੁਸ਼ੀ ਨਹੀਂ ਮਿਲ ਸਕਦੀ। ਇੱਥੇ ਖੇਡ ਬਣਦੀ ਹੈ ਭੋਲੇ ਭਾਏ ਮਿਲੈ ਰਘੂ ਰਾਇਆ। ਭੋਲੇਪਨ ਦੇ ਵਿੱਚ ਉਹ ਰਘੂ ਪਰਮਾਤਮਾ ਪ੍ਰਾਪਤ ਹੋ ਜਾਂਦਾ, ਮਿਲ ਪੈਂਦਾ ਹੈ। ਭੋਲਾਪਨ ਹੀ ਸੀ ਧੰਨੇ ਦਾ, ਪਰਮਾਤਮਾ ਨੇ ਪੱਥਰ 'ਚੋਂ ਦਰਸ਼ਨ ਦਿੱਤੇ। ਉਂਝ ਭਾਵੇਂ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ, ਬਹੁਤ ਸਾਰੇ ਕੇਂਦਰ ਬਣ ਗਏ, ਜਿਵੇਂ ਦਮਦਮੀ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਵੇਂ ਸਿੱਖ ਮਿਸ਼ਨਰੀ ਕਾਲਜ, ਹੋਰ ਸੰਤ ਸਮਾਜ ਬਹੁਤ ਸਾਰੇ। ਪਰ ਆਪ ਆਪਣੀ ਮਤ ਬੁੱਧ ਦੇ ਨਾਲ ਸਾਰੇ ਹੀ ਵਿਚਾਰ ਵਿਮਰਸ਼ ਕਰਦੇ ਨੇ। ਕੋਈ ਕਹਿੰਦਾ ਧੰਨੇ ਨੇ ਪਰਮਾਤਮਾ ਨੂੰ ਪੱਥਰ 'ਚੋਂ ਪ੍ਰਗਟ ਨਹੀਂ ਕੀਤਾ, ਅਤੇ ਕੋਈ ਕਹਿੰਦਾ ਇਹ ਨਿਰਾ ਝੂਠ ਪਖੰਡ ਹੈ। ਭਾਵ ਜਿੰਨੀ ਕੁ ਕਿਸੇ ਨੂੰ ਮਤ ਬੁੱਧ ਹੈ ਅਤੇ ਸਾਨੂੰ ਗੁੰਮਰਾਹ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ, ਭਰਮ ਭੁਲੇਖੇ ਸਾਡੇ ਵਿੱਚ ਪੈਦਾ ਕੀਤੇ ਜਾ ਰਹੇ ਨੇ। ਪੁਰਾਤਨ ਸਾਖੀਆਂ ਪੜ੍ਹਦੇ ਹਾਂ, ਉਹਨਾਂ ਦੇ ਵਿੱਚ ਭਗਤਾਂ ਦਾ ਜੀਵਨ ਜਿਵੇਂ ਵੀ ਪੁਰਾਤਨ ਸਮੇਂ ਪਹਿਲਾਂ ਤੋਂ ਸੁਣਦੇ ਆ ਰਹੇ ਹਾਂ, ਇਸੇ ਤਰ੍ਹਾਂ ਹੀ ਸੁਣਨਾ ਬਿਹਤਰ ਹੈ, ਇਹ ਮੇਰਾ ਮੰਨਣਾ ਹੈ। ਤਾਂ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਆਕਾਥ। ਇਹ ਨਿਧ ਭਾਵ ਖਜ਼ਾਨੇ, ਨਿਧਾਨ ਖਜ਼ਾਨਿਆਂ ਦੇ ਮਾਲਕ ਨਾਨਕ ਪੰਜਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਹਰ ਸੇਵਾ, ਸੇਵਾ ਦੀ ਦਾਤ ਬਖਸ਼ੋ, ਅਵਰ ਸਿਆਣਪ ਸਗਲ ਆਕਾਥ। ਮੇਰੀਆਂ ਸਾਰੀਆਂ ਸਿਆਣਪਾਂ ਨੂੰ ਮਿਟਾ ਦਿਓ, ਮੇਰੀ ਕੋਈ ਸਿਆਣਪ, ਚਤੁਰਾਈ, ਚਲਾਕੀ ਮੇਰੇ ਜੀਵਨ ਵਿੱਚ ਨਾ ਰਹਿ ਜਾਏ। ਦਾਤਾਰ ਪਾਤਸ਼ਾਹ ਆਪ ਜੀ ਤੇ ਭਵ ਖੰਡਨ, ਆਪ ਜੀ ਬੇਅੰਤ ਤਾਕਤਾਂ ਦੇ ਮਾਲਕ ਹੋ। ਇਸ ਕਰਕੇ ਦੀਨ ਦਰਦ ਦੁੱਖ ਭੰਜਨਾ, ਘਾਟ ਘਾਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਉਸ ਚਰਨ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨੂੰ ਪਰਸੀਏ ਅਤੇ ਅਰਦਾਸ ਕਰੀਏ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ,
ਮੇਰਾ ਸਭੋ ਦੁੱਖ ਗਵਾਏ ਜੀਓ। हे ਦਾਤਾਰ ਪਾਤਸ਼ਾਹ, ਆਪ ਜੀ ਕਿਰਪਾ ਕਰਕੇ ਮੇਰੇ ਜੀਵਨ ਦੇ ਸਾਰੇ ਦੁੱਖ, ਮੇਰੇ ਜੀਵਨ ਦੇ ਸਾਰੇ ਝਗੜੇ ਬਖੇੜੇ ਦੂਰ ਕਰ ਦਿਓ। ਇਹ ਦਾਤਾਰ ਪਾਤਸ਼ਾਹ, ਇਹੋ ਹੀ ਅਰਦਾਸ ਬੇਨਤੀ ਹੈ। ਆਪ ਜੀ ਆਪਣੇ ਪਿਆਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜੋ। ਤਾਂ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। ਆਓ 52 ਹੁਕਮਨਾਮਿਆਂ ਦੇ ਵਿੱਚੋਂ ਅੱਜ 26ਵਾਂ ਹੁਕਮਨਾਮਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ, ਜਿਹਦੇ ਵਿੱਚ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਸਮਝਾਉਣਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਜਿਹੜਾ ਜੀਵ, ਜਿਹੜਾ ਸਿੱਖ ਕਸਮ ਸਹੁੰ ਚੁੱਕਦਾ ਹੈ, ਝੂਠੀ ਜਾਂ ਸੱਚੀ ਸਹੁੰ ਖਾਂਦਾ ਹੈ, ਉਸ ਦੇ ਉੱਪਰ ਕਦੇ ਵੀ ਇਤਬਾਰ ਨਹੀਂ ਕਰਨਾ। ਜਿਹੜਾ ਜੀਵ ਝੂਠੀ ਜਾਂ ਸੱਚੀ ਸਹੁੰ ਖਾਂਦਾ ਹੈ, ਚਾਹੇ ਧੀ ਦੀ ਜਾਂ ਪੁੱਤ ਦੀ, ਕਿਸੇ ਤਰ੍ਹਾਂ ਦੀ ਵੀ ਕੋਈ ਕਸਮ ਖਾਂਦਾ ਹੈ, ਉਹਦੇ ਉੱਪਰ ਸਿੱਖ ਨੇ ਕਦੇ ਭਰੋਸਾ ਵਿਸ਼ਵਾਸ ਨਹੀਂ ਕਰਨਾ। ਕਿਉਂ? ਗੁਰੂ ਸਾਹਿਬ ਨੇ ਸਹੁੰ ਖਾਣੀ ਗੁਰਮਤਿ ਦੇ ਵਿੱਚ ਬਹੁਤ ਵੱਡਾ ਗੁਨਾਹ ਦੱਸਿਆ, ਅਤੇ ਇਹ ਗੁਨਾਹ ਕੋਈ ਵੀ ਜਾਣੇ ਅਣਜਾਣੇ ਨਾ ਕਰੇ। ਸਹੁੰ ਤਾਂ ਕਹਿੰਦੇ ਸੱਚੀ ਵੀ ਮਾੜੀ ਅਤੇ ਝੂਠੀ ਵੀ ਮਾੜੀ ਹੈ। ਇਸ ਕਰਕੇ ਸੰਗਤ ਜੀ, ਸਦਾ ਸੁਚੇਤ ਰਹੀਏ। ਜਿਹੜੀ ਗੱਲ ਕਹਿਣੀ ਹੈ, ਬਿਨਾਂ ਸਹੁੰ ਖਾਧੇ ਵੀ ਜੇਕਰ ਤੁਹਾਨੂੰ ਜਿਉਣ ਦਾ ਢੰਗ ਹੈ, ਸਹੀ ਰਸਤੇ 'ਤੇ ਚੱਲ ਰਹੇ ਹੋ, ਤੁਹਾਡੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਦੂਜੀ ਗੱਲ, ਜੇ ਕਿਤੇ ਸਹੁੰ ਖਾਣ ਦੀ ਆਫਤ ਆ ਵੀ ਜਾਵੇ ਤਾਂ ਗੁਰੂ ਸਾਹਿਬ ਕਹਿੰਦੇ ਕਰੋੜਾਂ 'ਤੇ ਵੀ ਸਹੁੰ ਨਾ ਖਾਈ। ਲੱਖਾਂ ਹਜ਼ਾਰਾਂ ਦੀ ਗੱਲ ਵੱਖਰੀ, ਕਰੋੜਾਂ 'ਤੇ ਵੀ ਸਹੁੰ ਨਾ ਖਾਈ, ਫਿਰ ਗੁਰੂ ਦੀ ਖੁਸ਼ੀ ਮਿਲੇਗੀ। ਅਤੇ ਸਾਨੂੰ ਗੁਰੂ ਦੀ ਖੁਸ਼ੀ ਦੀ ਲੋੜ ਹੈ, ਪਰਮਾਤਮਾ ਦੇ ਘਰੋਂ ਕਿਰਪਾ ਹੋ ਜਾਏ ਉਸ ਦੀ ਲੋੜ ਹੈ। ਦੁਨਿਆਵੀ ਇਹ ਦੁਨੀਆਦਾਰਾਂ ਦਾ ਪਤਾ ਨਹੀਂ ਕਦੋਂ ਇਹਨਾਂ ਨੇ ਪਾਸਾ ਵੱਟ ਲੈਣਾ, ਕਦੋਂ ਮੂੰਹ ਫੇਰ ਲੈਣਾ। ਇਸ ਕਰਕੇ ਸਾਧੂ ਸੰਤ ਮਹਾਤਮਾ ਧਾਰਨਾ ਗਾਇਆ ਕਰਦੇ ਸਨ, ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਜੱਗ ਰੁੱਸਦਾ ਰੁੱਸ ਜਾਏ, ਪਰ ਮੇਰਾ ਉਹ ਪਰਮ ਪਿਤਾ ਪਰਮਾਤਮਾ ਪ੍ਰੀਤਮ ਮਨ ਮੋਹਨ ਜਗਤ ਦਾ ਰੱਖਿਅਕ ਹੈ ਜੋ ਉਹ ਨਾ ਰੁੱਸੇ। ਇਸ ਕਰਕੇ ਸੰਗਤ ਜੀ, ਉਸ ਦੇ ਨਾਲ ਸਾਂਝ ਬਣਾਈਏ ਜੋ ਸਾਰੇ ਸੰਸਾਰ ਨੂੰ ਰੋਜੀ ਰੋਟੀ ਦਿੰਦਾ ਹੈ। ਅਤੇ ਆਓ, ਅਰਦਾਸ ਬੇਨਤੀ ਦਾ ਸਮਾਂ ਹੋਇਆ। ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ। ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਹੋਈਆਂ, ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣਯੋਗ। ਲਵਾਓ ਹਾਜ਼ਰੀ ਸਾਰੀ